Googly Entertainment. सतगुर नानक तेरी लीला न्यारी है, नीजा लाला वेंदी दुनिया सारी है। सतगुर नानक तेरी लीला न्यारी है, नीजा लाला वेंदी दुनिया सारी है। ਗੁਗਲੀ ਐਂਟਰਟੇਨਮੈਂਟ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਸਫ਼ਰ ਹੈ ਜ਼ਿੰਦਗੀ ਪ੍ਰੋਗਰਾਮ ਦੇ ਤਹਿਤ 33ਵੇਂ ਐਪੀਸੋਡ ਦੇ ਵਿੱਚ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਸਰੰਗੀ ਮਾਸਟਰ ਭਾਈ ਸ਼ਰਨਜੀਤ ਸਿੰਘ ਜੀ ਨੂੰ, ਜੋ ਰਾਮਪੁਰਾ ਪਿੰਡ ਦੀ ਸ਼ਾਨੀ ਆ, ਅੰਮ੍ਰਿਤਸਰ ਜ਼ਿਲ੍ਹੇ ਦੀ, ਪੰਜਾਬ ਦੀ ਔਰ ਵਿਦੇਸ਼ਾਂ ਦੇ ਵਿੱਚ ਇਹਨਾਂ ਦੀ ਜਿਹੜੀ ਸ਼ਾਨ ਬਰਕਰਾਰ ਆ। ਇਹਨਾਂ ਦੀ ਸਰੰਗੀ ਦੀ ਗੂੰਜ ਜਿਹੜੀ ਆ ਵਿਦੇਸ਼ੀ ਧਰਤੀ 'ਤੇ ਵੀ ਪੈ ਚੁੱਕੀ ਆ। ਅਤੇ ਸੋ ਮਿਲਾਉਂਦੇ ਹਾਂ ਤੁਹਾਨੂੰ ਬਾਬਾ ਸ਼ਰਨਜੀਤ ਸਿੰਘ ਜੀ ਦੇ ਨਾਲ। ਗੁਗਲੀ ਚੈਨਲ ਦੇ ਦਰਸ਼ਕਾਂ ਨੂੰ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ, ਸਾਰੇ ਇਸ ਚੈਨਲ ਨੂੰ ਵੇਖ ਰਹੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕਾਂ ਨੂੰ ਇਹਨਾਂ ਦੱਸ ਦੇਵਾਂ ਕਿ ਬਾਬਾ ਸ਼ਰਨਜੀਤ ਸਿੰਘ ਜੀ ਸਰੰਗੀ ਮਾਸਟਰ ਤੇ ਹੈ ਹੀ ਨੇ, ਗੁਰੂ ਘਰ ਦੇ ਗ੍ਰੰਥੀ ਵੀ ਜਿਹੜੇ ਇਹ ਰਹਿ ਚੁੱਕੇ ਨੇ। ਗੁਰਬਾਣੀ ਦੇ ਨਾਲ ਸਾਰਾ ਪਰਿਵਾਰ ਜਿਹੜਾ ਉਹ ਜੁੜਿਆ ਹੋਇਆ। ਅਤੇ ਪੁੱਛਦੇ ਹਾਂ ਬਾਬਾ ਜੀ ਨੂੰ ਕਿ ਸਿੱਖੀ ਜਿਹੜੀ ਆ ਇਹਨਾਂ ਨੂੰ ਵਿਰਾਸਤ 'ਚ ਮਿਲੀ ਅਤੇ ਕਿਵੇਂ ਮਿਲੀ। ਜੀ, ਸਿੱਖੀ ਮੇਰੇ ਪਿਤਾ ਜੀ, ਮੇਰੇ ਦਾਦਾ ਜੀ, ਉਹਨਾਂ ਦੇ ਕੋਲੋਂ ਮੈਨੂੰ ਵਿਰਾਸਤ ਦੇ ਵਿੱਚ ਮਿਲੀ ਹੈ। ਮੇਰੇ ਪੜਦਾਦਾ ਜੀ ਵੀ ਸਰਦਾਰ ਸੁੰਦਰ ਸਿੰਘ ਜੀ ਨਿਹੰਗ ਸਿੰਘ ਸਨ। ਮੇਰੇ ਪਿਤਾ ਸਰਦਾਰ ਮੁਖਤਾਰ ਸਿੰਘ ਜੀ, ਉਹ ਵੀ ਜਿਹੜੇ ਗੁਰਸਿੱਖ ਸਨ ਅਤੇ ਗੁਰਬਾਣੀ ਬਾਰੇ ਉਹਨਾਂ ਨੂੰ ਵੀ ਬਹੁਤ ਨੌਲੇਜ ਸੀਗੀ। ਅਤੇ ਮੇਰੇ ਦਾਦਾ ਜੀ ਸਰਦਾਰ ਮੇਹਰ ਸਿੰਘ ਜੀ, ਉਹ ਵੀ ਬਹੁਤ ਇੱਕ ਉੱਚੀ ਸ਼ਖਸੀਅਤ ਸੀ ਅਤੇ ਉਹ ਵੀ ਨਿਹੰਗ ਸਿੰਘ ਸਨ ਅਤੇ ਬਹੁਤ ਵਧੀਆ ਉਹਨਾਂ ਦਾ ਵੀ ਜੀਵਨ ਸੀਗਾ। ਅਤੇ ਸਾਡਾ ਜਿਹੜਾ ਪਿਛੋਕੜ ਆ ਉਹ ਲਾਹੌਰ ਦਾ। ਸਾਡੇ ਮੇਰੇ ਪਿਤਾ ਜੀ ਦਾ, ਮੇਰੇ ਦਾਦਾ ਜੀ ਦਾ, ਮੇਰੇ ਪੜਦਾਦਾ ਜੀ ਦਾ, ਉਹਨਾਂ ਦਾ ਪਿੰਡ ਜਿਹੜਾ ਲਾਹੌਰ ਦੇ ਨਾਲ ਹੀ ਆ, ਚਰੜ ਕਮਾਇਆ। ਦੋ ਪਿੰਡ ਆ, ਇੱਕ ਚਰੜ ਇੱਕ ਕਮਾਇਆ। ਕਮਾਇਆ ਜਿਹੜਾ ਵਾ ਉਹ ਪਿੰਡ ਮੇਰੇ ਦਾਦਾ ਜੀ ਦਾ, ਮੇਰੇ ਪਿਤਾ ਜੀ ਦਾ, ਮੇਰੇ ਪੜਦਾਦਾ ਜੀ ਦਾ। ਜਿਹੜੇ ਵੱਡ ਵਡੇਰੇ ਸੀਗੇ ਉਹਨਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿੰਨਾ ਪਿਆਰ ਸੀਗਾ, ਕਿੰਨਾ ਉਹ ਸਤਿਕਾਰ ਕਰਦੇ ਸੀਗੇ ਅਤੇ ਕਿਵੇਂ ਬਾਣੀ ਅਤੇ ਬਾਣੇ ਦੇ ਪਰਪੱਕ ਸੀਗੇ, ਇਹ ਜ਼ਰੂਰ ਦੱਸੋ ਜੀ। ਮੇਰੇ ਦਾਦਾ ਜੀ ਅਤੇ ਮੇਰੇ ਪਿਤਾ ਜੀ, ਮੇਰੇ ਪੜਦਾਦਾ ਜੀ, ਉਹਨਾਂ ਨੇ ਆਪਣਾ ਹੀ ਗੁਰਦੁਆਰਾ ਬਣਾਇਆ ਸੀ। ਉਦੋਂ ਕੱਚੇ ਗੁਰਦੁਆਰੇ ਸੀਗੇ, ਕੋਈ ਜ਼ਿਆਦਾ ਨਹੀਂ ਸੀ ਛਤੌਤ ਹੁੰਦੀ, ਇੱਕੋ ਇੱਕ ਕਮਰਾ ਹੁੰਦਾ ਸੀ। ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਿਹੜੇ ਸਾਡੇ ਪੱਤੀ ਦਾ ਸੀਗਾ ਪਿੰਡ ਦਾ, ਉੱਥੇ ਮੇਰੇ ਦਾਦਾ ਜੀ ਸੇਵਾ ਕਰਿਆ ਕਰਦੇ ਸਨ। ਅਤੇ ਮੇਰੇ ਪਿਤਾ ਜੀ ਉਦੋਂ ਕੋਈ 14-15 ਸਾਲ ਦੇ, 13-14 ਸਾਲ ਦੇ ਹੋਣਗੇ। ਅਤੇ ਜਦੋਂ ਪਾਕਿਸਤਾਨ ਦੀ ਅਤੇ ਹਿੰਦੁਸਤਾਨ ਦੀ ਵੰਡ ਹੋਈ ਅਤੇ ਉਦੋਂ ਉੱਥੇ
ਬਹਿ ਕੇ ਸਲਾਹ ਕੀਤੀ ਗਈ ਵੀ ਬਿਨਾਂ ਸ਼ੱਕ ਹੋਰ ਕੋਈ ਬਚ ਕੇ ਚਲੇ ਜਾਵੇ ਤੇ ਚਲੇ ਜਾਵੇ, ਪਰ ਨਿਹੰਗਾਂ ਦਾ ਟੱਬਰ ਜਿਹੜਾ ਉਹ ਨਹੀਂ ਬਚ ਕੇ ਜਾਣਾ ਚਾਹੀਦਾ। ਮੇਹਰ ਸਿੰਘ, ਸੁੰਦਰ ਸਿੰਘ ਹੋਰੀ ਤੇ ਫੌਜਾ ਸਿੰਘ ਮੇਰੇ ਬਾਪੂ ਜੀ ਦੇ ਭਰਾ ਸੀ ਛੋਟੇ, ਉਹਨਾਂ ਨੇ ਕਿਹਾ ਵੀ ਇਹ ਨਹੀਂ ਬਚ ਕੇ ਜਾਣੇ ਚਾਹੀਦੇ, ਬਾਕੀ ਕੋਈ ਬਚ ਜਾਵੇ ਸਿੱਖ ਤੇ ਬਿਨਾਂ ਸ਼ੱਕ ਬਚ ਜਾਵੇ। ਤਾਂ ਫਿਰ ਮੇਰੇ ਦਾਦਾ ਜੀ ਦੱਸਦੇ ਆ ਵੀ ਜਦੋਂ ਰਿਆਂ ਰਲੀਆਂ ਖੌਫੀਆ ਜਿਹਾ ਹੋਇਆ, ਇੱਕ ਦੂਜੇ ਨੂੰ ਮੂੰਹ ਦੇ ਨਾਲ ਮੂੰਹ ਦਿਸਣਾ ਹਟਿਆ, ਤੇ ਉਹ ਕਹਿੰਦੇ ਵੀ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਸੁੱਖ ਆਸਣ ਕਰਕੇ ਵੀ ਮਾਲਕਾ ਸੱਚਾ ਪਾਤਸ਼ਾਹ ਸਾਨੂੰ ਸਿੱਖੀ ਚਾਹੀਦੀ ਹੈ ਤੇ ਸਾਨੂੰ ਤੂੰ ਚਾਹੀਦਾ। ਮੇਰੇ ਪੜਦਾਦਾ ਜੀ ਨੇ, ਮੇਰੇ ਦਾਦਾ ਜੀ ਨੇ ਅਰਦਾਸ ਕੀਤੀ ਤਾਂ ਕਹਿਣ ਲੱਗੇ ਵੀ ਸੱਚਾ ਪਾਤਸ਼ਾਹ ਤੇਰਾ ਸਰੂਪ ਜਿਹੜਾ ਵਾ ਨਾ ਉਹ ਸਾਡੇ ਨਾਲ ਹੋਣਾ ਚਾਹੀਦਾ, ਤੁਸੀਂ ਸਾਡੇ ਨਾਲ ਹੋਣੇ ਚਾਹੀਦੇ ਜੀ, ਤੇ ਸਾਨੂੰ ਹੋਰ ਕੁਛ ਨਹੀਂ ਚਾਹੀਦਾ, ਸਾਨੂੰ ਸਿੱਖੀ ਚਾਹੀਦੀ ਹੈ ਤੇ ਤੁਸੀਂ ਚਾਹੀਦੇ ਜੀ। ਤੇ ਉਹਨਾਂ ਨੇ ਫਿਰ ਮਹਾਰਾਜ ਦਾ ਸੁੱਖ ਆਸਣ ਕਰਕੇ ਅਰਦਾਸ ਕਰਕੇ ਤੇ ਰਮਾਲਿਆਂ ਦੇ ਵਿੱਚ ਸੁੱਖ ਆਸਣ ਕਰਕੇ ਤੇ ਉਹਨਾਂ ਨੇ ਫਿਰ ਆਪਣੇ ਸੀਸ ਤੇ ਉਠਾ ਲਿਆ। ਰਸਤੇ ਦੇ ਵਿੱਚ ਉਹ ਦੱਸਦੇ ਵੀ ਇੱਕ ਦੋ ਸਾਡੀਆਂ ਮੁੱਠ ਭੇੜਾਂ ਵੀ ਹੋਈਆਂ ਹੜਿਆਰੇ ਦੇ ਕੋਲ ਆਣ ਕੇ। ਇੱਥੋਂ ਫਿਰ ਉਹ ਕਹਿੰਦੇ ਵੀ ਇੱਕ ਲੀਪ ਵਾਲੀ ਗੱਡੀ ਜਿਹੜੀ ਸੀਗੀ ਬਲੋਚ ਮਿਲਟਰੀ, ਉਹਨਾਂ ਨੇ ਸਾਡੇ ਉੱਤੇ ਬੇਬਹਾ ਗੋਲੀਆਂ ਚਲਾਈਆਂ ਤੇ ਮੇਰੇ ਦਾਦਾ ਜੀ, ਮੇਰੇ ਪਿਤਾ ਜੀ ਨੂੰ ਕਹਿਣ ਲੱਗੇ ਵੀ ਫਟਾਫਟ ਡਿੱਗ ਪਓ। ਤੇ ਉਹ ਕਹਿੰਦੇ ਵੀ ਜਦੋਂ ਅਸੀਂ ਦੋਵੇਂ ਮਤਲਬ ਡਿੱਗ ਪਏ ਤੇ ਉਹਨਾਂ ਨੇ ਸਾਡੇ ਉੱਤੋਂ ਦੀ ਗੋਲੀਆਂ ਭਰਾਈਆਂ ਔਰ ਵੱਧ ਸ਼ਬਦ ਬੋਲ ਕੇ ਗਏ ਵੀ ਉਹ ਹੁਣ ਮੈਂ ਚੈਨਲ ਦੇ ਸਾਹਮਣੇ ਦੱਸ ਨਹੀਂ ਆ ਸਕਦਾ। ਤੇ ਉਹ ਕਹਿੰਦੇ ਵੀ ਵੱਧ ਸ਼ਬਦ ਬੋਲ ਕੇ ਗਏ ਜਿਹੜੇ ਉਹ ਕਹਿੰਦੇ ਵੀ ਸਿਖੜੇ ਮਰ ਗਏ ਨੇ, ਜਿਸ ਤਰ੍ਹਾਂ ਇੱਕ ਗਾਲ ਜੀ ਕੱਢੀ। ਤੇ ਉਹ ਕਹਿੰਦੇ ਵੀ ਸਿਖੜੇ ਮਰ ਗਏ ਨੇ। ਤੇ ਜਦੋਂ ਉਹਨਾਂ ਇਹ ਗੱਲ ਕਹੀ ਤੇ ਉਹ ਕਹਿ ਕੇ ਚਲੇ ਗਏ ਵੀ ਸਿਖੜੇ ਮਰ ਗਏ, ਉਹ ਆਪਣੀ ਗੱਡੀ ਲੈ ਕੇ ਅੱਗੇ ਚਲੇ ਗਏ। ਤੇ ਮੇਰੇ ਦਾਦਾ ਜੀ ਦੱਸਦੇ ਵੀ ਅਸੀਂ ਫਿਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਵੀ ਸੱਚਾ ਪਾਤਸ਼ਾਹ ਇੱਥੋਂ ਤੂੰ ਸਾਨੂੰ ਬਚਾ ਕੇ ਰੱਖਿਆ, ਇੱਥੋਂ ਤੂੰ ਸਾਨੂੰ ਜ਼ਿੰਦਗੀ ਦਿੱਤੀ ਆ, ਅੱਗੇ ਵੀ ਸਾਨੂੰ ਜ਼ਿੰਦਗੀ ਦੇਣੀ। ਫਿਰ ਉਹ ਕਹਿੰਦੇ ਨੇ ਵੀ ਅਸੀਂ ਉੱਥੋਂ ਹੜਿਆਰੇ ਤੋਂ ਫਿਰ ਭਿੱਖੀਵਿੰਡ ਦੇ ਲਾਗੇ ਆ ਇੱਕ ਕਸਬਾ, ਮੈਨੂੰ ਉਸ ਪਿੰਡ ਦਾ ਥੋੜ੍ਹਾ ਨਾਮ ਵਿਸਰਦਾ ਵਾ, ਤੇ ਉੱਥੇ ਫਿਰ ਉਹ ਕਹਿੰਦੇ ਵੀ ਉੱਥੋਂ ਅਸੀਂ ਫਿਰ ਅੱਗੇ ਅਲਗੋਂ ਨੂੰ ਆਏ, ਵੱਡੀ ਅਲਗੋਂ ਆਏ। ਇੱਥੇ ਅਲਗੋਂ ਆਣ ਕੇ ਤੇ ਕਹਿੰਦੇ ਵੀ ਅਸੀਂ ਜਦੋਂ ਜਕਾਰਾ ਛੱਡਿਆ ਤੇ ਉਹ ਸਿੱਖ ਰਾਤ 12-1 ਵਜੇ ਬਾਹਰ ਨਿਕਲੇ ਤੇ ਉਹਨਾਂ ਨੇ ਆਖਿਆ ਵੀ ਕੋਈ ਸਿੱਖਾਂ ਦਾ ਜਥਾ ਜਿਹੜਾ ਪਾਕਿਸਤਾਨੋਂ ਆਇਆ। ਤੇ ਜਦੋਂ ਉਹਨਾਂ ਨੇ ਕਿਹਾ ਵੀ ਤੁਹਾਡੇ ਹਾ ਸਿਰ ਤੇ ਪੰਡ ਕਾਹਦੀ ਆ, ਤੇ ਉਹਨਾਂ ਨੇ ਆਖਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਆ। ਤੇ ਫਿਰ ਉਹ ਕਹਿੰਦੇ ਵੀ ਉਹਨਾਂ ਨੇ ਇੱਕ ਪਲੰਘ ਤੇ ਐਨ ਸੋਹਣੀ ਵਿਛਾਈ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਰੱਖ ਦਿੱਤਾ। ਤੇ ਫਿਰ ਉਹ ਕਹਿੰਦੇ ਵੀ ਉਹਨਾਂ ਨੇ ਫਿਰ ਸਾਨੂੰ ਜਕਾਰਿਆਂ ਦੀ ਗੂੰਜ ਦੇ ਨਾਲ ਜਕਾਰੇ ਛੱਡ ਕੇ ਤੇ ਸਾਨੂੰ ਸਾਡਾ ਉਹਨਾਂ ਨੇ ਹੌਸਲਾ ਵਧਾਇਆ। ਕਦੀ ਸਾਨੂੰ ਕੋਈ ਮਤਲਬ ਚੁੱਕ ਲਵੇ, ਕਦੀ ਕੋਈ ਚੁੱਕ ਲਵੇ। ਤੇ ਫਿਰ ਬਾਪੂ ਦੱਸਦਾ ਵੀ ਬਾਪੂ ਜੀ ਦੱਸਦੇ ਸਰਦਾਰ ਮੇਹਰ ਸਿੰਘ ਹੋਰੀ ਵੀ ਤੁਹਾਡੇ ਪਿਤਾ ਨੂੰ ਸਰਦਾਰ ਮੁਖਤਾਰ ਸਿੰਘ ਹੋਰਾਂ ਨੂੰ ਬੱਚਾ ਸੀਗਾ ਉਦੋਂ ਛੋਟਾ, ਕੋਈ 13-14 ਸਾਲ ਦੀ ਉਮਰ ਸੀਗੀ। ਤੇ ਕਹਿੰਦੇ ਫਿਰ ਉਹਨੂੰ ਤੇ ਜ਼ਿਆਦਾ ਹੀ ਚੁੱਕਣ ਵੀ ਇਹਨਾਂ ਨੇ ਮਤਲਬ ਵੀ ਕਿੰਨਾ ਮਤਲਬ ਤਗੜਾ ਰੋਲ ਨਿਭਾਇਆ, ਜਦ ਕਿ ਉਦੋਂ ਆ ਦਾੜੀ ਕੇਸ ਆਉਣੇ ਜਿਹੜੇ ਸੀਗੇ ਨਾ ਪਾਕਿਸਤਾਨ ਦੇ ਵਿੱਚੋਂ ਇਹ ਮੁਸ਼ਕਲ ਸੀ। ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲੈ ਕੇ ਆਏ। ਜਿਹੜੀ ਗੁਰਸਿੱਖੀ ਆ ਇਹ ਸਾਨੂੰ ਵਿਰਾਸਤ 'ਚੋਂ ਮਿਲੀ। ਤੇ ਸਭ ਤੋਂ ਪਹਿਲੋਂ ਉਹ ਅਲਗੋਂ ਆਣ ਕੇ ਰਹੇ। ਅਲਗੋਂ ਵਾਲਿਆਂ ਨੇ ਬਹੁਤ ਉਹਨਾਂ ਦਾ ਸਵਾਗਤ ਕੀਤਾ, ਬਹੁਤ ਉਹਨਾਂ ਨੂੰ ਪਿਆਰ ਦਿੱਤਾ ਔਰ ਇੱਥੋਂ ਤੱਕ ਵੀ ਕਿਹਾ ਵੀ ਇੱਥੇ ਜਿੰਨੀ ਜ਼ਮੀਨ ਬਹੁਤ ਆ, ਜ਼ਮੀਨ ਦੀ ਕੋਈ ਕਮੀ ਨਹੀਂ। ਤੇ ਉਹ ਕਹਿੰਦੇ ਸਰਦਾਰ ਮੇਹਰ ਸਿੰਘ ਜੀ, ਨਿਹੰਗ ਸਿੰਘ ਜੀ, ਭਾਈ ਸਾਹਿਬ ਜੀ, ਤੁਸੀਂ ਇੱਥੇ ਜਿੰਨੀ ਕਹੋ ਉਨੀ ਤੁਸੀਂ ਇੱਥੋਂ ਜ਼ਮੀਨ ਘੇਰ ਲਓ ਤੇ ਅਸੀਂ ਤੁਹਾਡੇ ਨਾਮ ਹੀ ਕਰਵਾ ਦਾਂਗੇ ਤੇ ਤੁਸੀਂ ਇੱਥੇ ਸਾਡੇ ਕੋਲ ਰਹੋ। ਫਿਰ ਇਹ ਆ ਵੀ ਮੇਰੇ ਪਿਤਾ ਜੀ ਦੀ, ਮੇਰੇ ਦਾਦਾ ਜੀ ਦੀ ਇੱਥੇ ਅੰਮ੍ਰਿਤਸਰ ਰਿਸ਼ਤੇਦਾਰੀ ਸੀ। ਉਹ ਫਿਰ ਅੰਮ੍ਰਿਤਸਰ ਆ ਗਏ ਤੇ
ਜਿਹੜੇ ਮੇਰੇ ਸਾਨੂੰ ਸਿੱਖੀ ਜਿਹੜੀ ਵਿਰਾਸਤ 'ਚ ਮਿਲੀ। ਸ਼ੁਰੂ ਤੋਂ ਅਸੀਂ ਗੁਰਸਿੱਖ ਪਰਿਵਾਰ ਚੱਲੇ ਆਉਣ ਡਏ। ਮੇਰੇ ਪੜਦਾਦਾ ਜੀ ਨਿਹੰਗ ਸਿੰਘ ਸਨ, ਮੇਰੇ ਦਾਦਾ ਜੀ ਨਿਹੰਗ ਸਿੰਘ ਸਨ, ਅਤੇ ਮੇਰੇ ਪਿਤਾ ਜੀ ਸਰਦਾਰ ਮੁਖਤਾਰ ਸਿੰਘ ਜੀ ਉਹ ਵੀ ਬਹੁਤ ਗੁਰਬਾਣੀ ਦੀ ਨੌਲੇਜ ਰੱਖਦੇ ਸਨ। ਤੋਂ ਰਮੇਸ਼ ਜੀ ਸਾਡੇ ਵੱਡ ਵਡੇਰਿਆਂ ਦੀ ਉਹ ਸੇਵਾ ਕੀਤੀ ਹੋਈ ਜਿਹੜੀ ਆ ਨਾ, ਹੁਣ ਸਾਨੂੰ ਪ੍ਰਫੁੱਲਤ ਕਰ ਰਹੀ ਹੈ। ਮੇਰੇ ਬੱਚੇ ਵੀ ਜਿਹੜੇ ਨੇ ਉਹ ਪਹਿਲੋਂ ਢਾਡੀ ਬਤੌਰੇ ਬਹੁਤ ਵਧੀਆ ਢਾਡੀ ਸਨ, ਇੱਕ ਆਲਾ ਢਾਡੀ ਸਨ, ਅਤੇ ਹੁਣ ਉਹ ਆਲਾ ਕੀਰਤਨੀਏ। ਕੀਰਤਨ ਦੇ ਵਿੱਚ ਵੀ ਬਹੁਤ ਜ਼ਿਆਦੀਆਂ ਮੱਲਾਂ ਮਾਰ ਰਹੇ। ਭਾਈ ਹਰਦਿਆਲ ਸਿੰਘ, ਭਾਈ ਕਿਰਪਾਲ ਸਿੰਘ, ਪੂਰੇ ਵਰਲਡ ਦੇ ਵਿੱਚ ਉਹਨਾਂ ਦਾ ਨਾਮ ਹੈ। ਨੈਸ਼ਨਲ ਦੇ ਵਿੱਚ ਤਾਂ ਉਹਨਾਂ ਦਾ ਨਾਂ ਹੈ ਹੀ ਹੈ, ਪਰ ਪੂਰੇ ਵਰਲਡ ਦੇ ਵਿੱਚ ਵੀ ਭਾਈ ਹਰਦਿਆਲ ਸਿੰਘ, ਭਾਈ ਕਿਰਪਾਲ ਸਿੰਘ ਮੇਰੇ ਬੇਟਿਆਂ ਦਾ ਨਾਮ ਹੈ। ਕਿੰਨੀ ਸੋਹਣੀ ਗੱਲ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਕਿਸਤਾਨ ਦੀ ਵੰਡ ਵੇਲੇ ਆਦਰ ਤੇ ਸਤਿਕਾਰ ਸਹਿਤ ਵੱਡੇ ਵਡੇਰੇ ਜਿਹੜੇ ਨੇ ਉਹ ਭਾਰਤ ਦੀ ਧਰਤੀ ਤੇ ਲੈ ਕੇ ਆਏ, ਤੇ ਉਸ ਕੀਤੀ ਸੇਵਾ ਦੀ ਬਦੌਲਤ ਹੀ ਅੱਜ ਸਾਰੇ ਪਰਿਵਾਰ ਤੇ ਗੁਰੂ ਰਾਮਦਾਸ ਜੀ ਦੀ ਅਪਾਰ ਮਿਹਰ ਆ। ਭਾਈ ਕਿਰਪਾਲ ਸਿੰਘ ਤੇ ਭਾਈ ਹਰਦਿਆਲ ਸਿੰਘ, ਜਿਨ੍ਹਾਂ ਦਾ ਨਾਂ ਅੱਜ ਸਾਰੇ ਬੰਨੇ ਗੂੰਜ ਰਿਹਾ ਵਾ, ਬਾਬਾ ਜੀ ਦੇ ਬੱਚੇ ਨੇ। ਤੇ ਇਹਦੇ ਨਾਲ ਹੀ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਆਸ਼ਾ ਜੀ ਦੀ ਵਾਰ ਦਾ ਗਾਇਨ ਢੱਡ ਸਰੰਗੀ ਨਾਲ ਕਰਨ ਤੇ ਬਾਬਾ ਜੀ ਤੇ ਇਹਨਾਂ ਦੇ ਦੋਵਾਂ ਬੱਚਿਆਂ ਨੂੰ ਬੁਲਟ ਮੋਟਰਸਾਈਕਲ ਜਿਹੜਾ ਵਾ ਉਹ ਇਨਾਮ ਵਜੋਂ ਮਿਲਿਆ ਸੀਗਾ। ਇਹ ਗੱਲ ਕਰਦੇ ਆ ਕਿ ਬਾਬਾ ਜੀ ਉਹ ਮੌਕਾ ਕਿਵੇਂ ਮਿਲਿਆ? ਜੀ, ਨਸ਼ਹਿਰਾ ਪੰਨੂਆਂ ਦੀ ਧਰਤੀ ਦੇ ਉੱਤੇ ਸਤਿਕਾਰਯੋਗ ਸੰਤ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ, ਅਤੇ ਉਹ ਬਹੁਤ ਹੀ ਅੱਛੇ ਮਹਾਂਪੁਰਸ਼ ਨੇ, ਭਜਨ ਬੰਦਗੀ ਵਾਲੇ ਨੇ, ਬਾਣੀ ਬਾਣੇ ਵਾਲੇ ਨੇ, ਗੁਰਬਾਣੀ ਦਾ ਨਿਤਨੇਮ ਕਰਨ ਵਾਲੇ ਨੇ, ਨਾਮ ਜਪਣ ਵਾਲੇ ਨੇ। ਅਤੇ ਉਹ ਦੱਸਦੇ ਨੇ ਵੀ ਸਾਡੇ ਮਨ ਦੇ ਵਿੱਚ ਇਹ ਆਈ ਵੀ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵੇਲੇ ਉਹਨਾਂ ਦੇ ਦਰਬਾਰੀ ਢਾਡੀ ਭਾਈ ਨੱਥਮਲ ਅਤੇ ਭਾਈ ਅਬਦੁਲ ਖੈਰ ਜੀ ਅਤੇ ਉਹਨਾਂ ਦੇ ਪੁੱਤ ਪੋਤਰੇ ਢੱਡ ਸਰੰਗੇ ਦੇ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਰਹੇ ਨੇ, ਅਤੇ ਉਹਨਾਂ ਨੇ ਪੂਰੇ ਵਿਸ਼ਵ ਦੇ ਢਾਡੀ ਜਥਿਆਂ ਨੂੰ ਇੱਕ ਇਹ ਉਹਨਾਂ ਨੇ ਗੱਲ ਕਹੀ ਵੀ ਜਿਹੜਾ ਸਾਨੂੰ ਢੱਡ ਸਰੰਗੇ ਦੇ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਾਏਗਾ ਕੰਠ, ਅਤੇ ਉਹਨਾਂ ਨੂੰ ਖੁਸ਼ੀਆਂ ਦਿੱਤੀਆਂ ਜਾਣਗੀਆਂ, ਖੁਸ਼ੀਆਂ ਦੇ ਵਿੱਚ ਮੋਟਰਸਾਈਕਲ ਦਿੱਤਾ ਜਾਏਗਾ। ਅਤੇ ਮੈਂ ਹੁਣ ਬਗੈਰ ਨਾਂ ਲੈ ਤੋਂ ਇਹ ਗੱਲ ਕਹਾਂਗਾ ਕਿਉਂਕਿ ਸਾਰੇ ਮੇਰੇ ਵੀਰ ਨੇ। ਉਹਨਾਂ ਨੇ ਇਹ ਗੱਲ ਕਹੀ, ਸਾਰੇ ਜਥਿਆਂ ਨੂੰ ਉਹਨਾਂ ਨੇ ਫੋਨ ਵੀ ਕੀਤੇ, ਜਿਹੜੇ ਇੰਟਰਨੈਸ਼ਨਲ ਢਾਡੀ ਜਥੇ ਨੇ ਅਤੇ ਗੋਲਡ ਮੈਡਲਿਸਟ ਢਾਡੀ ਜਥੇ ਨੇ, ਉਹਨਾਂ ਨੇ ਫੋਨ ਕਰਕੇ ਕਿਹਾ ਕਿ ਕੋਈ ਸਾਨੂੰ ਢੱਡ ਸਰੰਗੇ ਦੇ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਾਵੇ। ਔਰ ਜਿਹੜਾ ਉਹਨਾਂ ਨੇ ਦਿਨ ਰੱਖਿਆ ਸੀਗਾ, ਫਿਰ ਸਾਰਿਆਂ ਨੇ ਇਹ ਗੱਲ ਕਹੀ ਵੀ ਮਹਾਰਾਜ ਤੁਸੀਂ ਸਾਡੇ ਕੋਲੋਂ ਕੋਈ ਨਵਾਂ ਇਤਿਹਾਸ ਸੁਣ ਲਓ ਜਿਹੜਾ ਅੱਜ ਤੱਕ ਸਟੇਜਾਂ 'ਤੇ ਨਹੀਂ ਆਇਆ। ਅਸੀਂ ਕੋਈ ਨਾ ਕੋਈ ਨਵਾਂ ਇਤਿਹਾਸ ਸੁਣਾ ਸਕਦੇ ਹਾਂ ਜਿਹੜਾ ਤੁਸੀਂ ਨਹੀਂ ਸੁਣਿਆ, ਪਰ ਢੱਡ ਸਰੰਗੇ ਦੇ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਇਹ ਸਾਡੇ ਵੱਸ ਦੀ ਗੱਲ ਨਹੀਂ ਗੀ। ਫਿਰ ਸਾਡੇ ਉਸਤਾਦ ਜੀ ਨੇ, ਉਸਤਾਦ ਗੁਰਦਿਆਲ ਸਿੰਘ ਜੀ, ਜਿਨ੍ਹਾਂ ਦੇ ਕੋਲ ਇਹ ਖਬਰ ਪਹੁੰਚੀ ਸੀ, ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਸ਼ਰਨਜੀਤ ਸਿੰਘ, ਮੈਨੂੰ ਉਹਨਾਂ ਨੇ ਫੋਨ ਕਰਕੇ ਫਤਿਹ ਬੁਲਾ ਕੇ, ਮੈਂ ਵੀ ਉਹਨਾਂ ਦੇ ਪੈਰੀਂ ਪੈਣਾ ਕੀਤਾ, ਉਹਨਾਂ ਦਾ ਸਤਿਕਾਰ ਕੀਤਾ, ਅਤੇ ਮੈਨੂੰ ਕਹਿੰਦੇ ਵੀ ਸ਼ਰਨਜੀਤ ਸਿੰਘ, ਇੱਕ ਢਾਡੀ ਸਿੰਘਾਂ ਨੂੰ ਚੈਲੰਜ ਹੋਇਆ ਵੀ ਢੱਡ ਸਰੰਗੇ ਦੇ ਨਾਲ ਕੋਈ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਾਵੇ, ਅਤੇ ਮੈਨੂੰ ਤੁਹਾਡੇ 'ਤੇ ਮਾਣ ਆ ਵੀ ਤੁਸੀਂ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਸਕਦੇ ਜੀ। ਅਤੇ ਮੈਨੂੰ ਕਹਿੰਦੇ ਵੀ ਪੁੱਤਰ ਆ ਉਹਨਾਂ ਦੇ ਨੰਬਰ ਨੋਟ ਕਰ ਲਾ ਅਤੇ ਉਹਨਾਂ ਦੇ ਨਾਲ ਸੰਪਰਕ ਕਰ ਲਓ। ਚਲੋ, ਜਦੋਂ ਜਿਹੜਾ ਉਹਨਾਂ ਨੇ ਦਿਨ ਮਿਥਿਆ ਸੀਗਾ, ਉਸ ਦਿਨ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਤੋਂ ਪਹਿਲਾਂ ਇੱਕ ਦਿਨ ਸਿਰਫ ਰਹਿ ਗਿਆ ਸੀ, ਅਤੇ
ਉਸ ਤੋਂ ਪਹਿਲੋਂ ਮੇਰੇ ਬੇਟਿਆਂ ਨੇ, ਕਿਰਪਾਲ ਸਿੰਘ ਨੇ, ਹਰਦਿਆਲ ਸਿੰਘ ਨੇ, ਮੇਰਠ ਦੇ ਵਿੱਚ ਇਹਨਾਂ ਨੇ ਕੀਰਤਨ ਕਰਕੇ ਆਉਣਾ ਸੀਗਾ। ਤੇ ਉਹ ਜਦੋਂ ਮਤਲਬ ਵੀ ਅਸੀਂ ਗੱਲ ਕੀਤੀ ਤੇ ਮੈਂ ਕਿਹਾ ਵੀ ਸਾਡੀ ਥੋੜ੍ਹੀ ਬੇਨਤੀ ਆ, ਤੁਸੀਂ ਜੇ ਅੱਗੇ ਕਰ ਸਕਦੇ ਜੇ ਤੇ ਆਪਾਂ ਕਰ ਲਈਏ। ਤੇ ਉਹ ਕਹਿੰਦੇ ਵੀ ਨਹੀਂ, ਅੱਗੇ ਤਾਂ ਨਹੀਂ ਅਸੀਂ ਹੁਣ ਕਰ ਸਕਦੇ, ਦਿਨ ਮਿਥਿਆ ਆ। ਤੇ ਫਿਰ ਉਸ ਤਰ੍ਹਾਂ ਇਹਨਾਂ ਦੀਆਂ ਟਿਕਟਾਂ ਟ੍ਰੇਨ ਦੀਆਂ ਹੋਈਆਂ ਸੀਗੀਆਂ। ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਆਪਾਂ ਟ੍ਰੇਨ ਦੀਆਂ ਟਿਕਟਾਂ ਕੈਂਸਲ ਕਰਵਾ ਲਓ। ਇਹਨਾਂ ਨੂੰ ਫਿਰ ਇੱਥੋਂ ਅਪ ਡਾਊਨ ਇਨੋਵਾ ਗੱਡੀ ਕਰਕੇ ਦਿੱਤੀ ਵੀ ਤੁਸੀਂ ਕੀਰਤਨ ਕਰਕੇ ਆ ਜਾਓ। ਜਦੋਂ ਕੀਰਤਨ ਕਰਕੇ ਵਾਪਸ ਆ ਰਹੇ ਸੀ, ਜਿੱਦਣ ਤੜਕੇ ਅਸੀਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਹੀ, ਉਦਣ ਰਾਤ ਇਹ ਰਸਤੇ ਦੇ ਵਿੱਚ ਆ ਰਹੇ ਸੀ ਤੇ ਆਂਦੇ ਵੀ ਪਿਤਾ ਜੀ ਜਾਮ ਬਹੁਤ ਤਗੜਾ ਲੱਗ ਗਿਆ ਤੇ ਸਾਡੇ ਕੋਲ ਪਹੁੰਚਿਆ ਨਹੀਂ ਜਾਣਾ। ਤੇ ਮੈਂ ਇਹਨਾਂ ਨੂੰ ਆਖਿਆ, ਮੈਂ ਕਿਹਾ ਵੀ ਪੁੱਤਰ, ਅਸੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਨਾਂ ਲੈ ਕੇ ਉਹਨਾਂ ਨੂੰ ਹਾਂ ਕੀਤੀ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਨਾਂ ਲੈ ਕੇ ਉਹਨਾਂ ਨੂੰ ਹਾਂ ਕੀਤੀ ਆ। ਤੇ ਇਹ ਜਾਮ ਗੁਰੂ ਨਾਨਕ ਸਾਹਿਬ ਨੇ ਤੋੜਨੇ ਨੇ, ਇਹ ਜਾਮ ਗੁਰੂ ਹਰਗੋਬਿੰਦ ਸਾਹਿਬ ਨੇ ਤੋੜਨੇ ਨੇ। ਇਹ ਟ੍ਰੈਫਿਕ ਦੇ ਮਤਲਬ ਟ੍ਰੈਫਿਕ ਦਾ ਜਾਮ ਰਹਿਣਾ ਨਹੀਂਗਾ। ਮੈਨੂੰ ਵਿਸ਼ਵਾਸ ਹੈ ਗੁਰੂ 'ਤੇ। ਫਿਰ ਮੈਨੂੰ ਇਹਨਾਂ ਨੇ ਘੰਟੇ 2 ਘੰਟਿਆਂ ਬਾਅਦ ਇਹਨਾਂ ਨੇ ਕਿਹਾ ਵੀ ਪਿਤਾ ਜੀ ਜਾਮ ਜਿਹੜਾ ਟੁੱਟ ਗਿਆ। ਤੇ ਮੇਰੇ ਵੀ ਮਨ 'ਚ ਬੜੀ ਖੁਸ਼ੀ ਹੋਈ ਤੇ ਹਰਦਿਆਲ ਸਿੰਘ, ਕਿਰਪਾਲ ਸਿੰਘ ਹੋਰਾਂ ਦੇ ਵੀ ਮਨ 'ਚ ਬੜੀ ਖੁਸ਼ੀ ਹੋਈ। ਤੇ ਫਿਰ ਮੇਰੇ ਕੋਲ ਇੱਥੇ ਘਰ ਵੇ ਇੱਥੇ ਰਾਮਪੁਰੇ, ਮੇਰੇ ਕੋਲ ਘੱਟੋ ਘੱਟ ਬਹੁਤਾ ਨਹੀਂ ਆ ਤੇ 3 ਵਜੇ ਪਹੁੰਚੇ ਹੋਣੇ। ਤੇ ਮੈਂ ਇਹਨਾਂ ਨੂੰ ਆਖਿਆ ਵੀ ਪੁੱਤਰ ਹੁਣ ਤੁਸੀਂ ਇਸ ਤਰ੍ਹਾਂ ਕਰੋ ਵੀ ਆਪਣੇ ਕੱਪੜੇ ਚੇਂਜ ਕਰ ਲਓ ਤੇ 5 ਇਸ਼ਨਾਨਾ ਕਰ ਲਓ ਤੇ ਕੱਪੜੇ ਚੇਂਜ ਕਰ ਲਓ। ਆਪਣੇ ਕੋਲ ਹੁਣ ਇੰਨਾ ਕੀ ਵਕਤ ਹੈਗਾ, ਇਸ ਤੋਂ ਵੱਧ ਸਾਡੇ ਕੋਲ ਵਕਤ ਨਹੀਂ ਹੈਗਾ। ਤੇ ਉਦਣ ਫਿਰ ਜਦੋਂ ਅਸੀਂ ਇੱਥੋਂ ਤੁਰੇ ਆ ਤੇ ਉਦਣ ਧੁੰਦ ਵੀ ਬੇਬਹਾ ਸੀ, ਧੁੰਦ ਵੀ ਕਹਿੰਦੀ ਸੀ ਵੀ ਮੈਂ ਅੱਜ ਹੀ ਆ। ਅਸੀਂ ਜਦੋਂ ਆਪਣੀ ਗੱਡੀ ਰੋਡ ਤੇ ਚਾੜ੍ਹੀ, ਤਰਨ ਵਾਲੇ ਰੋਡ ਤੇ ਜਦੋਂ ਅਸੀਂ ਚਾੜ੍ਹੀ, ਸਾਡੀ ਗੱਡੀ ਕਦੀ ਸੱਜੇ ਨੂੰ ਨਿਕਲ ਜਾਵੇ, ਕਦੀ ਖੱਬੇ ਨੂੰ ਲੈ ਜਾਵੇ। ਮਤਲਬ 4-5 ਵਾਰਾਂ ਇਹ ਸਾਡੇ ਨਾਲ ਇਸ ਤਰ੍ਹਾਂ ਹੋਇਆ। ਕਦੀ ਖੱਬੇ ਗੱਡੀ ਲੈ ਜਾਂਦੀ ਸੜਕ ਤੋਂ, ਕਦੀ ਸੱਜੇ ਲੈ ਜਾਂਦੀ। ਤੇ ਬਾਹਰ ਡਰਾਈਵਰ ਬਾਹਰ ਮੂੰਹ ਕੱਢ ਕੇ ਗੱਡੀ ਚਲਾ ਰਿਹਾ ਸੀਗਾ। ਤੇ ਇਸ ਤਰ੍ਹਾਂ ਅਸੀਂ ਉੱਥੇ ਜਦੋਂ ਜਾ ਕੇ ਮਤਲਬ 4 ਵਜੇ ਨਾਲ ਪਹੁੰਚੇ, 4-4:15 ਵਜੇ ਨਾਲ। ਤੇ ਉਹਨਾਂ ਨੇ ਕਿਹਾ ਵੀ ਢਾਡੀ ਜਥਾ ਆ ਗਿਆ। ਬੜੇ ਜਕਾਰੇ ਉਹਨਾਂ ਨੇ ਛੱਡੇ, ਇੰਨੇ ਕੁ ਜਕਾਰੇ ਉਹਨਾਂ ਨੇ ਛੱਡੇ ਵੀ ਉਹ ਆਂਦੇ ਵੀ ਬਸ ਹੁਣ ਆਸਾ ਜੀ ਦੀ ਵਾਰ ਦਾ ਕੀਰਤਨ ਸਾਨੂੰ ਸੁਣਨ ਨੂੰ ਮਿਲੇਗਾ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਨੇ ਬੇਬਹਾ ਕਿਰਪਾ ਕੀਤੀ, ਅਥਾਹ ਕਿਰਪਾ ਕੀਤੀ ਸਾਡੇ ਉੱਤੇ। ਫਿਰ ਅਸੀਂ ਜਲ ਪਾਣੀ ਛਕ ਕੇ ਤੇ 4:30 ਵਜੇ ਗੁਰਦੁਆਰਾ ਖੜੇ ਦਾ ਖਾਲਸਾ ਨਸ਼ਹਿਰੇ ਪਨੂਆ, ਅਸੀਂ ਅੰਦਰ ਦਰਬਾਰ ਦੇ ਵਿੱਚ ਜਾ ਕੇ 4:30 ਵਜੇ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਤੇ ਸਾਨੂੰ ਸੁਣਨ ਵਾਸਤੇ ਵੀ ਕਾਫੀ ਬੈਠੇ ਸੀ। ਗੁਰਦੁਆਰਾ ਵੀ ਪੂਰਾ ਅੰਦਰ ਹਾਲ ਭਰਿਆ ਪਿਆ ਸੀ, ਬਾਹਰ ਵੀ ਸੰਗਤ ਬਹੁਤ ਬੈਠੀ ਸੀਗੀ। ਤੇ ਉੱਥੇ ਫਿਰ ਆਪੋ ਆਪਣੇ ਮੋਬਾਈਲਾਂ 'ਤੇ ਰਿਸਰਚ ਵੀ ਕੱਢ ਕੇ ਬੈਠੇ ਸੀਗੇ ਵੀ ਵੇਖੀਏ ਕਿ ਢਾਡੀ ਜਥਾ ਕਿਤੇ ਉਹ ਭੁੱਲਦਾ ਨਹੀਂ। ਪਰ ਅਸੀਂ ਹੋ ਸਕਦਾ ਭੁੱਲ ਜਾਂਦੇ, ਸਾਡੇ ਕੋਲ ਕੋਤਾਹੀ ਕੋਈ ਹੋ ਜਾਂਦੀ। ਪਰ ਅਸੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜਿੰਨਾ ਚਿਰ ਸੰਪੂਰਨ ਆਸਾ ਜੀ ਦੀ ਵਾਰ ਦਾ ਅਸੀਂ ਕੀਰਤਨ ਨਾ ਕਰ ਲਈਏ ਤੇ ਤੁਸੀਂ ਸਾਡੀ ਪਿੱਠ 'ਤੇ ਖੜੇ ਰਹਿਣਾ, ਵੀ ਸਾਨੂੰ ਆਸਰਾ ਦੇ ਕੇ ਰੱਖਣਾ, ਸਾਡੀ ਬੁੱਧੀ 'ਤੇ ਤੁਸੀਂ ਆਪ ਮਤਲਬ ਸਹਾਈ ਹੋਣਾ, ਸਹਾਇਤਾ ਕਰਨੀ ਤੁਸੀਂ ਸਾਡੀ, ਵੀ ਸਾਨੂੰ ਤੁਸੀਂ ਭੁੱਲਣ ਨਾ ਦੇਣਾ। ਤੇ ਚਲੋ ਜਦੋਂ ਅਸੀਂ ਸ਼ੁਰੂ ਕੀਤਾ ਤੇ ਬੜਾ ਸਾਨੂੰ ਆਨੰਦ ਆਇਆ। ਤੇ ਜਦੋਂ ਅੱਧ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਗਿਆ ਤੇ ਫਿਰ ਸਤਿਕਾਰਯੋਗ ਸੰਤ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਤੇ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਲਖਤੇ ਜਿਗਰ, ਉਹਨਾਂ ਦੇ ਸਪੁੱਤਰ ਬਾਬਾ ਦਿਲਬਾਗ ਸਿੰਘ ਜੀ, ਉਹਨਾਂ ਨੇ ਫਿਰ ਸਾਡੇ ਗਲ ਦੇ ਵਿੱਚ ਸਰੋਪੇ ਪਾ ਦਿੱਤੇ ਤੇ ਹਾਰ ਪਾ ਦਿੱਤੇ ਜਦੋਂ ਅੱਧ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਚਲੇ ਗਿਆ।
ਤੇ ਉਸ ਤੋਂ ਬਾਅਦ ਫਿਰ 7:30 ਵਜੇ 4:30 ਵਜੇ ਤੋਂ ਜਿਉਂ ਅਸੀਂ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਤੇ 7:30 ਵਜੇ ਆਸਾ ਜੀ ਦੀ ਵਾਰ ਦਾ ਕੀਰਤਨ ਦਾ ਸੰਪੂਰਨ ਭੋਗ ਪਾਇਆ ਤੇ ਸੰਗਤਾਂ ਨੇ ਬੜੇ ਜਕਾਰੇ ਛੱਡੇ, ਸੰਗਤਾਂ ਨੇ ਸਾਨੂੰ ਬੜਾ ਮਾਣ ਬਖਸ਼ਿਆ। ਤੇ ਸਾਰੇ ਜਦੋਂ ਅਸੀਂ ਕੀਰਤਨ ਕਰਕੇ ਬਾਹਰ ਨਿਕਲੇ ਤੇ ਸਾਨੂੰ ਬਾਬਾ ਜੀ ਨੇ ਜੱਫੀ ਚੱਲਿਆ, ਸੰਗਤਾਂ ਨੇ ਜੱਫੀ ਚੱਲਿਆ ਤੇ ਸੰਗਤਾਂ ਨੇ ਕਿਹਾ ਵੀ ਢਾਡੀ ਸਿੰਘੋ ਬਹੁਤ ਆਨੰਦ ਆਇਆ। ਇੰਨਾ ਕੁ ਸਾਨੂੰ ਆਨੰਦ ਆਇਆ ਵੀ ਅਸੀਂ ਜੋ ਅੱਜ ਆਨੰਦ ਮਾਣਿਆ ਨਾ, ਇਸ ਆਨੰਦ ਨੂੰ ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਬਾਬਾ ਜੀ ਨੇ ਵੀ ਕਿਹਾ ਵੀ ਜੋ ਢਾਡੀ ਸਿੰਘੋ ਸਾਨੂੰ ਆਨੰਦ ਆਇਆ ਨਾ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨ ਦਾ, ਇਸ ਆਨੰਦ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਤੋ ਸਾਡੇ ਅੰਦਰ ਵੀ ਉਹ ਆਨੰਦ ਬਣਿਆ ਸੀਗਾ, ਸਾਡੇ ਦਿਲ ਦਿਮਾਗ ਦੇ ਵਿੱਚ ਵੀ ਆਨੰਦ ਬਣਿਆ ਸੀ। ਪਰ ਅਸੀਂ ਵੀ ਉਹਨਾਂ ਨੂੰ ਕਿਹਾ ਵੀ ਬਾਬਾ ਜੀ ਸਾਨੂੰ ਤੁਹਾਡੇ ਕੋਲ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਵੀ ਬਹੁਤ ਆਨੰਦ ਆਇਆ। ਅਸੀਂ ਵੀ ਜੋ ਸਾਨੂੰ ਆਨੰਦ ਆਇਆ ਉਹ ਅਸੀਂ ਬਿਆਨ ਨਹੀਂ ਕਰ ਸਕਦੇ। ਜਿਹੜਾ ਹੈ ਹੀ ਆਨੰਦ ਉਹਦਾ ਬਿਆਨ ਕੀ ਕੀਤਾ ਜਾਂਦਾ। ਹਾਂਜੀ, ਤੇ ਬੜੀ ਗੁਰੂ ਸਾਹਿਬ ਨੇ ਕਿਰਪਾ ਕੀਤੀ। ਫਿਰ ਬਾਬਾ ਜੀ ਨੇ ਜੋ ਅਟੇ ਟਾਈਮ ਹੀ ਫਿਰ ਉਹ ਮੋਟਰਸਾਈਕਲ ਲੈ ਕੇ ਆਏ। ਉਸ ਤਰ੍ਹਾਂ ਹੋ ਸਕਦਾ ਵਾ ਵੀ ਅਸੀਂ ਤਾਂ ਇਸ ਮਤਲਬ ਕਰਕੇ ਨਹੀਂ ਸੀ ਗਏ ਵੀ ਅਸੀਂ ਬੁਲਟ ਮੋਟਰਸਾਈਕਲ ਇਨਾਮ ਪ੍ਰਾਪਤ ਕਰਨਾ। ਹੋ ਸਕਦਾ ਜੇ ਅਸੀਂ ਇਸ ਚਾਅ ਨਾਲ ਗਏ ਹੁੰਦੇ ਵੀ ਅਸੀਂ ਬੁਲਟ ਮੋਟਰਸਾਈਕਲ ਉੱਥੋਂ ਜਿੱਤ ਕੇ ਲਿਆਉਣਾ ਜਾਂ ਲੈ ਕੇ ਆਉਣਾ, ਤੇ ਹੋ ਸਕਦਾ ਵੀ ਅਸੀਂ ਭੁੱਲ ਜਾਂਦੇ, ਥਿੜਕ ਜਾਂਦੇ, ਕਿਤੇ ਸਾਨੂੰ ਆਸਾ ਜੀ ਦੀ ਵਾਰ ਵਿਸਰ ਜਾਂਦੀ। ਪਰ ਅਸੀਂ ਇਸ ਚਾਅ ਨਾਲ ਨਹੀਂ, ਅਸੀਂ ਇਸ ਚਾਅ ਨਾਲ ਗਏ ਸਾਂ ਵੀ ਜਿਹੜਾ ਗੁਰੂ ਨਾਨਕ ਸਾਹਿਬ ਨੇ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਆ, ਇਹ ਸਾਨੂੰ ਟੈਲੈਂਟ ਦਿੱਤਾ ਵਾ, ਸਾਡੇ 'ਤੇ ਮਿਹਰ ਕੀਤੀ, ਰਹਿਮਤ ਕੀਤੀ ਆ, ਇਸ ਨੂੰ ਸਾਨੂੰ ਉਜਾਗਰ ਕਰਨ ਦਾ ਮੌਕਾ ਬਖਸ਼ਿਸ਼ ਹੋ ਗਿਆ। ਤੋ ਸਾਡੀ ਖੁਸ਼ੀ ਦਾ ਕੋਈ ਪਾਰਾਵਾਰ ਨਾ ਰਿਹਾ। ਤੇ ਬਾਬਾ ਜੀ ਨੇ ਫਿਰ ਅਟੇ ਟਾਈਮ ਹੀ ਉਹਨਾਂ ਨੇ ਤਰਨ ਤਾਰਨੋਂ ਜਾ ਕੇ ਬੁਲਟ ਮੋਟਰਸਾਈਕਲ ਲਿਆਂਦਾ। ਤੇ ਜਦੋਂ ਜਿੰਨਾ ਕੁ ਚਿਰ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਦੀ ਸਮਾਪਤੀ ਹੋਈ, ਉਹਨਾਂ ਚਿਰ ਨੂੰ ਸਿੰਘ ਲੈ ਕੇ ਆ ਗਏ ਸੀ। ਤੇ ਫਿਰ ਬਾਬਾ ਜੀ ਨੇ ਸਾਨੂੰ ਇੰਨਾ ਕੁ ਮਾਣ ਬਖਸ਼ਿਆ, ਹੁਣ ਵੀ ਬਹੁਤ ਸਾਨੂੰ ਮਾਣ ਬਖਸ਼ਦੇ ਨੇ। ਆਏ ਸਾਲ ਢਾਡੀ ਦਰਬਾਰ ਬਹੁਤ ਕਰਵਾਉਂਦੇ ਨੇ ਤੇ ਸਨਮਾਨਿਤ ਵੀ ਬਹੁਤ ਕਰਦੇ ਨੇ ਸਿੰਘਾਂ ਨੂੰ। ਉਹ ਢਾਡੀ ਜਥਿਆਂ ਨੂੰ ਸਨਮਾਨਿਤ ਕਰਦੇ ਨੇ, ਜਿਵੇਂ ਅੱਜ ਸਾਨੂੰ ਕਰ ਦਿੱਤਾ, ਅਗਲੀ ਵਾਰੀ ਕਿਸੇ ਹੋਰ ਨੂੰ ਕਰ ਦਿੱਤਾ, ਉਸ ਤੋਂ ਵਾਰੀ ਕਿਸੇ ਹੋਰ ਨੂੰ ਅਗਲੀ ਵਾਰੀ ਕਰ ਦਿੱਤਾ। ਇਸ ਤਰ੍ਹਾਂ ਕਰਕੇ ਉਹ ਸਾਨੂੰ ਢਾਡੀ ਜਥਿਆਂ ਨੂੰ ਬਹੁਤ ਮਾਣ ਦਿੰਦੇ ਨੇ। ਤੇ ਅੱਗੇ ਤੋਂ ਵੀ ਸਾਨੂੰ ਆਸ ਆ ਕਿ ਇਸੇ ਤਰ੍ਹਾਂ ਹੀ ਬਾਬਾ ਜੀ ਸਾਨੂੰ ਮਾਣ ਬਖਸ਼ਦੇ ਰਹਿਣਗੇ। ਤੇ ਹਰ ਵਾਰੀ ਉਹ ਕਹਿੰਦੇ ਨੇ ਵੀ ਢਾਡੀ ਸਿੰਘੋ ਤੁਹਾਡਾ ਢਾਡੀ ਜਥਾ ਵੀ ਜਿਹੜਾ ਪੂਰਾ ਪੱਕਾ ਆ ਹਰ ਸਾਲ ਹੀ, ਤੇ ਢੱਡ ਸਰੰਗੇ ਦੇ ਨਾਲ ਆਸਾ ਜੀ ਦੀ ਵਾਰ ਦਾ ਵੀ ਜਿਹੜਾ ਉਹ ਵੀ ਕੀਰਤਨ ਤੁਹਾਡਾ ਪੱਕਾ। ਤੇ ਉਹਨਾਂ ਨੇ ਕਿਹਾ ਵੀ ਹੁਣ ਸਾਨੂੰ ਕਹਿਣਾ ਨਾ ਪਵੇ ਤੇ ਤੁਸੀਂ ਪੱਕਾ ਹੀ ਲਿਖ ਲਓ, ਜਦੋਂ ਢਾਡੀ ਦਰਬਾਰ ਹੋਵੇ ਉਦੋਂ ਤੁਸੀਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਹੀ ਕਰਨਾ। ਤੇ ਸਾਡਾ ਜਿਹੜਾ ਢਾਡੀ ਜਥਾ ਗਿਆਨੀ ਤਰਸੇਮ ਸਿੰਘ ਜੀ ਖਾਲਸਾ ਅਮਰਕੋਟ ਵਾਲੇ, ਵੈਸੇ ਤਾਂ ਮੇਰੇ ਤਿੰਨੇ ਹੀ ਸ਼ਾਗਿਰਦ ਨੇ। ਭਾਈ ਤਰਸੇਮ ਸਿੰਘ ਖਾਲਸਾ ਅਮਰਕੋਟ ਉਹ ਵੀ ਮੇਰੇ ਸ਼ਾਗਿਰਦਾਂ ਦੀ ਦੁਨੀਆ 'ਚ ਆਉਂਦਾ। ਤੇ ਮੇਰੇ ਨਾਲ ਜਿਹੜੇ ਢਾਡੀ ਆ, ਮੇਰੇ ਬੇਟੇ, ਮੇਰੇ ਪੁੱਤਰ, ਮੇਰੇ ਸ਼ਾਗਿਰਦ ਅਮਰਤ ਸਿੰਘ, ਇਕਬਾਲ ਸਿੰਘ, ਦੋਵਾਂ ਮੁੰਡਿਆਂ ਨੇ BA ਕੀਤੀ ਆ ਯੂਨੀਵਰਸਿਟੀ ਦੇ ਵਿੱਚੋਂ। ਤੇ ਬਹੁਤ ਉਹ ਜਿਹੜੇ ਨੇ ਬੁਲੰਦ ਆਵਾਜ਼ਾਂ ਦੇ ਮਾਲਕ ਨੇ। ਮੈਂ ਜਿੱਥੇ ਵੀ ਸੁਰ ਰੱਖਦਾ ਵਾਂ ਉਹ ਉੱਥੇ ਹੀ ਕੋਈ ਨੂੰ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ। ਤੇ ਬਾਬਾ ਜੀ ਨੇ ਕਿਹਾ ਵੀ ਤੁਹਾਡਾ ਢਾਡੀ ਜਥਾ ਤਰਸੇਮ ਸਿੰਘ ਖਾਲਸੇ ਦਾ ਇਹ ਵੀ ਗੁਰ ਇਤਿਹਾਸ ਸੁਣਾਉਣ ਲਈ ਪੱਕਾ, ਤੇ ਢੱਡ ਸਰੰਗੇ ਦੇ ਨਾਲ ਆਸਾ ਜੀ ਦੀ ਵਾਰ ਦਾ ਵੀ ਕੀਰਤਨ ਤੁਸੀਂ ਪੱਕੇ ਤੌਰ 'ਤੇ ਕਰਨਾ। ਬਾਬਾ ਜੀ ਗੁਰਬਾਣੀ ਦੇ ਨਾਲ ਤੁਸੀਂ ਕਿੰਨੀ ਉਮਰ ਦੇ ਵਿੱਚ ਜੁੜ ਗਏ ਤੇ ਕਿਹੜੇ ਤੁਹਾਡੇ ਉਸਤਾਦ ਸੀਗੇ ਪਹਿਲੇ? ਜੀ ਗੁਰਬਾਣੀ ਦੇ ਨਾਲ ਮੈਂ ਘੱਟੋ ਘੱਟ ਬਹੁਤਾ ਨਹੀਂ 16-17 ਸਾਲਾਂ ਦੀ ਉਮਰ ਦੇ ਵਿੱਚ ਜੁੜ ਗਿਆ ਸਾਂ, 17-18 ਸਾਲਾਂ ਦੀ ਉਮਰ 'ਚ। ਤੇ ਮੇਰੇ ਉਸਤਾਦ ਜੀ ਜਿਹੜੇ ਉਹ ਸਤਿਕਾਰਯੋਗ, ਜਿਨ੍ਹਾਂ ਦਾ ਮੈਂ ਰੱਬ ਵਰਗੇ ਇੱਜ਼ਤ ਮਾਣ ਕਰਦਾ, ਜਿਨ੍ਹਾਂ ਨੂੰ ਮੈਂ ਰੱਬ ਕਰਕੇ ਮੰਨਦਾ ਤੇ ਰੱਬ ਕਰਕੇ ਪੂਜਦਾ। ਤੇ ਉਹ ਸ਼ਖਸੀਅਤ ਨੇ ਬਾਬਾ ਜਸਵੰਤ ਸਿੰਘ ਜੀ ਰਣੀਕਿਆਂ ਵਾਲੇ, ਜਿਨ੍ਹਾਂ ਨੇ ਮੈਨੂੰ ਅਖੰਡ ਪਾਠ ਦੀ ਸੰਥਿਆ ਦਿੱਤੀ,
ਮੈਨੂੰ ਆਪਣੇ ਚਰਨਾਂ ਦੇ ਨਾਲ ਲਾਇਆ, ਮੈਨੂੰ ਆਪਣੇ ਗਲ ਦੇ ਨਾਲ ਲਾਇਆ ਤੇ ਉਹਨਾਂ ਨੇ ਮੈਨੂੰ ਸੰਥਿਆ ਕਰਵਾ ਕੇ ਤੇ ਜਿਹੜਾ ਉਹ ਅਖੰਡ ਪਾਠ ਦੀ ਸੰਥਿਆ ਕਰਕੇ ਗੁਰਬਾਣੀ ਦੇ ਨਾਲ ਜੋੜਿਆ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ, ਗੁਰੂ ਨਾਨਕ ਸਾਹਿਬ ਦੇ ਨਾਲ ਜੋੜਿਆ, ਗੁਰੂ ਨਾਨਕ ਸਾਹਿਬ ਦੇ ਚਰਨ ਪਕੜਾਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਧਾਬਿਆਂ ਮੈਨੂੰ ਬਿਠਾਇਆ ਤੇ ਅਖੰਡ ਪਾਠ ਕਰਨ ਜੋਗੇ ਉਹਨਾਂ ਨੇ ਮੈਨੂੰ ਕੀਤਾ। ਬਾਬਾ ਜੀ ਤੁਸੀਂ ਜਿਹੜਾ ਢੱਡ ਸਰੰਗੀ ਦੇ ਵਿੱਚ ਕਿੰਨਾਂ ਦੇ ਕੋਲੋਂ ਜਿਹੜੀ ਇਹ ਸਿੱਖਿਆ ਲਈ, ਉਸਤਾਦ ਕੌਣ ਸੀਗੇ? ਮੇਰੇ ਸਰੰਗੀ ਦੇ ਉਸਤਾਦ ਜਿਹੜੇ ਨੇ ਉਹ ਹੈਗੇ ਨੇ ਬਹੁਤ ਹੀ ਸਤਿਕਾਰਯੋਗ। ਜਿਸ ਤਰ੍ਹਾਂ ਮੈਂ ਪਿੱਛੇ ਦੁਹਰਾਇਆ ਵੀ ਬਾਬਾ ਜਸਵੰਤ ਸਿੰਘ ਜੀ ਰਣੀਕਿਆਂ ਵਾਲਿਆਂ ਨੇ ਅਖੰਡ ਪਾਠ ਸਿਖਾ ਕੇ ਮੈਨੂੰ ਗੁਰਬਾਣੀ ਦੀ ਸੰਥਿਆ ਕਰਵਾ ਕੇ ਤੇ ਚਿੱਕੜ ਚੋਂ ਕੱਢ ਕੇ ਫੁੱਲਾਂ ਦੀ ਸੇਜ ਤੇ ਬਿਠਾਇਆ। ਇਸੇ ਤਰ੍ਹਾਂ ਹੀ ਉਸਤਾਦ ਦਲੀਪ ਸਿੰਘ ਜੀ, ਮੇਰੇ ਮਨ ਦੇ ਵਿੱਚ ਇੱਕ ਚਾਅ ਪੈਦਾ ਹੋਇਆ, ਪਹਿਲਾਂ ਮੈਂ ਤੂੰਬੀ ਦੇ ਨਾਲ ਗਾਉਂਦਾ ਹੁੰਦਾ ਤੇ ਅਸੀਂ ਲੱਦੇ ਕੱਲੇ ਪ੍ਰੋਗਰਾਮ ਕਰਨ ਵਾਸਤੇ ਗਏ। ਮੈਂ ਤੂੰਬੀ ਦੇ ਨਾਲ ਗਾਉਣ ਡਿਆ ਹਾਂ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਨਾਮਵਰ ਢਾਡੀ ਰਹਿ ਚੁੱਕੇ ਨੇ, ਹੁਣ ਉਹ ਸਵਰਗਵਾਸ ਹੋ ਗਏ ਨੇ। ਉਹਨਾਂ ਦਾ ਨਾਂ ਸੀ ਅਜੀਤ ਸਿੰਘ ਮੋਦੇ, ਮੋਦਿਆਂ ਦੇ ਸੀਗੇ, ਸਰਪੰਚ ਵੀ ਰਹੇ ਤੇ ਉਹ ਸੀਨੀਅਰ ਲੀਡਰ ਵੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ। ਉਹਨਾਂ ਮੈਨੂੰ ਗਾਉਂਦੇ ਨੂੰ ਸੁਣਿਆ ਤੇ ਉਹਨਾਂ ਆਖਿਆ, ਕਾਕਾ ਤੇਰੀ ਆਵਾਜ਼ ਬੜੀ ਅੱਛੀ ਆ, ਤੂੰ ਗਾਉਂਦਾ ਬਹੁਤ ਵਧੀਆ ਤੇ ਇਹ ਤੂੰਬੀਆਂ ਸ਼ੂੰਬੀਆਂ ਦੀ ਕੋਈ ਗੱਲ ਨਹੀਂ, ਜੇ ਨਾਮ ਨਾ ਖੱਟਣਾ ਹੀ, ਜੇ ਕੋਈ ਆਪਣਾ ਦੁਨੀਆ 'ਚ ਨਾਂ ਪੈਦਾ ਕਰਨਾ ਹੀ ਤੇ ਫਿਰ ਜਾਂ ਢੱਡ ਸਿੱਖ ਤੇ ਜਾਂ ਸਰੰਗੀ ਸਿੱਖ। ਫਿਰ ਮੇਰੇ ਮਨ ਦੇ ਵਿੱਚ ਚਾਹਤ ਪੈਦਾ ਹੋਈ ਵੀ ਮੈਂ ਸਰੰਗੀ ਸਿੱਖਾਂ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਗਿਆਨੀ ਗੁਰਜੀਤ ਸਿੰਘ ਜੀ ਬੀਏ, ਉਹ ਕੋਟ ਖਾਲਸਾ ਦੇ ਨੇ, ਅਸੀਂ ਇਕੱਠੇ ਅਖੰਡ ਪਾਠ ਕਰਦੇ ਰਹੇ ਤੇ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ ਉਸਤਾਦ ਦਲੀਪ ਸਿੰਘ ਹੈਗੇ ਬਹੁਤ ਅੱਛੇ ਉਸਤਾਦ ਨੇ ਤੇ ਆਪਾਂ ਉਹਨਾਂ ਦੇ ਕੋਲ ਜਾ ਕੇ ਤੇ ਬੇਨਤੀ ਕਰਦੇ ਹਾਂ। ਚਲੋ ਮੈਨੂੰ ਉਹ ਲੈ ਕੇ ਗਏ ਤੇ ਜਦੋਂ ਅਸੀਂ ਉੱਥੇ ਗਏ ਤੇ ਉਹਨਾਂ ਨੇ ਮੇਰੀ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਮੇਰਾ ਵੀਰ ਸ਼ਰਨਜੀਤ ਸਿੰਘ ਚੰਗਾ ਸਰੰਗੀ ਮਾਸਟਰ ਬਣੇ ਤੇ ਚੰਗਾ ਨਾਮ ਨਾ ਖੱਟੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਤੇ ਆਪਣੀ ਸਰੰਗੀ ਦੇ ਜਿਹੜੇ ਆ ਜੌਹਰ ਵਿਖਾਵੇ। ਤੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਰੱਬ ਵਰਗੇ ਮੇਰੀ ਸ਼ਖਸੀਅਤ ਮੇਰੇ ਉਸਤਾਦ ਜੀ, ਉਸਤਾਦ ਦਲੀਪ ਸਿੰਘ ਜੀ ਗੌਰੇ ਨੰਗਲ ਕਰਕੇ ਬਹੁਤ ਮਸ਼ਹੂਰ ਰਹੇ ਨੇ। ਅੱਜ ਕੱਲ੍ਹ ਉਹ ਰਮਦਾਸ ਦੇ ਲਾਗੇ ਪਿੰਡ ਥੋਬਾ ਤੇ ਥੋਬੇ ਦੇ ਲਾਗੇ ਪਿੰਡ ਮਲਕਪੁਰ ਆ ਜਿੱਥੇ ਉਹਨਾਂ ਦੀ ਰਿਹਾਇਸ਼ ਸੀ। ਅੱਜ ਕੱਲ੍ਹ ਉਹ ਵੀ ਸਵਰਗਵਾਸ ਹੋ ਚੁੱਕੇ ਨੇ ਤੇ ਮੈਂ ਉਹਨਾਂ ਨੂੰ ਵੀ ਰੱਬ ਕਰਕੇ ਪੁੱਜਦਾ। ਇਹਨਾਂ ਹੱਥਾਂ ਦੇ ਵਿੱਚ ਮੇਰੇ ਉਹਨਾਂ ਨੇ ਅੰਮ੍ਰਿਤ ਭਰਿਆ, ਜਿੱਥੇ ਮੇਰੀ ਆਵਾਜ਼ ਚੰਗੀ ਸੀਗੀ ਮੇਰੇ ਇਹਨਾਂ ਹੱਥਾਂ ਦੇ ਵਿੱਚ ਉਹਨਾਂ ਅੰਮ੍ਰਿਤ ਭਰ ਕੇ ਤੇ ਮੈਨੂੰ ਬਹੁਤ ਹੀ ਜਾਨੀ ਫਰਸ਼ ਤੋਂ ਲੈ ਕੇ ਅਰਸ਼ ਤੱਕ ਪਹੁੰਚਾਇਆ। ਮੇਰੇ ਬਹੁਤ ਹੀ ਸਤਿਕਾਰਯੋਗ ਉਸਤਾਦ ਦਲੀਪ ਸਿੰਘ ਜੀ ਗੌਰੇ ਨੰਗਲੀਏ ਮਲਕਪੁਰ ਵਾਲੇ, ਜਿਨ੍ਹਾਂ ਨੇ ਬਹੁਤ ਹੀ ਮੈਨੂੰ ਗਲ ਦੇ ਨਾਲ ਲਾ ਕੇ ਤੇ ਇੱਕ ਚਿੱਕੜ ਚੋਂ ਕੱਢ ਕੇ ਫੁੱਲਾਂ ਦੀ ਸੇਜ ਤੇ ਬਿਠਾਇਆ ਤੇ ਨਾਲ ਹੀ ਮੇਰੇ ਬਹੁਤ ਹੀ ਸਤਿਕਾਰਯੋਗ ਉਸਤਾਦ ਗੁਰਦਿਆਲ ਸਿੰਘ ਜੀ ਅੰਮ੍ਰਿਤਸਰ ਰਹਿੰਦੇ ਨੇ, ਉਹ ਨਿਊ ਆਜ਼ਾਦ ਨਗਰ ਦੇ ਲਾਗੇ ਸੁਲਤਾਨਵਿੰਦ ਰੋਡ ਤੇ ਉਹਨਾਂ ਦੇ ਕੋਲੋਂ ਵੀ ਮੈਂ ਸਰੰਗੀ ਦੀ ਵਿੱਦਿਆ ਪ੍ਰਾਪਤ ਕੀਤੀ। ਉਹਨਾਂ ਨੇ ਵੀ ਮੈਨੂੰ ਬਹੁਤ ਤਰਾਸ਼ਿਆ, ਉਸਤਾਦ ਗੁਰਦਿਆਲ ਸਿੰਘ ਹੋਰਾਂ ਨੇ ਬਹੁਤ, ਉਹਨਾਂ ਨੇ ਵੀ ਨਾ ਮੇਰੀ ਜ਼ਿੰਦਗੀ ਨੂੰ ਬਹੁਤ ਅੱਛਾ ਬਣਾਇਆ। ਬਾਬੇ ਹੁਣ ਤੱਕ ਕਿਹੜੇ ਦੇਸ਼ਾਂ ਦੇ ਵਿੱਚ ਜਿਹੜਾ ਤੁਸੀਂ ਸਰੰਗੀ ਦਾ ਕਮਾਲ ਜਿਹੜਾ ਵਿਖਾ ਚੁੱਕੇ ਹੋ? ਜੀ ਸਭ ਤੋਂ ਪਹਿਲਾਂ ਸਿੱਖ ਕੌਮ ਦੇ ਮਹਾਨ ਨਾਮਵਰ ਢਾਡੀ ਤੇ ਪੂਰੇ ਵਿਸ਼ਵ ਦੇ ਵਿੱਚ ਆਪਣਾ ਲੋਹਾ ਮਨਾਉਣ ਵਾਲੇ ਗਿਆਨੀ ਗੁਰਮੁਖ ਸਿੰਘ ਜੀ ਵਲਟੋਹਾ, ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਸੀ। ਜਦੋਂ ਇਤਿਹਾਸ ਬਿਆਨ ਕਰਦੇ ਸੀ ਤੇ ਐਂ ਹੁੰਦਾ ਸੀ ਵੀ ਦਰਸ਼ਕ ਜਿਵੇਂ ਕੋਈ ਫਿਲਮ ਵੇਖਣ ਡਏ ਹੁੰਦੇ। ਤੇ ਗਿਆਨੀ ਗੁਰਮੁਖ ਸਿੰਘ ਜੀ ਵਲਟੋਹਾ ਦੇ ਨਾਲ ਸਭ ਤੋਂ ਪਹਿਲਾਂ ਸਨ 2000 ਦੇ ਵਿੱਚ ਮੈਂ ਇੰਗਲੈਂਡ ਗਿਆ ਤੇ ਉਸ ਤੋਂ ਬਾਅਦ 2001 ਦੇ ਵਿੱਚ ਗਿਆਨੀ ਗੁਰਮੁਖ ਸਿੰਘ ਵਲਟੋਹੇ ਦੇ ਨਾਲ ਮੈਂ ਆਪਣਾ ਜਿਹੜਾ ਕੈਨੇਡਾ ਜਾ ਕੇ ਆਇਆ। ਤੇ ਜਦੋਂ ਕੈਨੇਡਾ ਗਏ ਸਾਂ ਤੇ ਉੱਥੇ ਸਾਨੂੰ ਮਤਲਬ ਕਹਿੰਦੇ ਹੁੰਦੇ ਸੀਗੇ, ਮੈਨੂੰ ਉਹਨਾਂ ਨੇ ਕਹਿਣਾ ਵੀ ਪਰਚੀਆਂ ਲਿਖ ਕੇ ਦੇਣੀਆਂ ਤੇ ਕਹਿਣਾ
ਵੀ ਆ ਗਦਰ ਫਿਲਮ ਦੀ ਟਿਊਨ ਉੜ ਜਾ ਕਾਲੇ ਕਾਵਾਂ ਉਹ ਜ਼ਰੂਰ ਸੁਣਾਓ ਸਾਨੂੰ। ਪਰ ਮੈਂ ਉਦੋਂ ਸੁਣੀ ਨਹੀਂ ਸੀ, ਮੈਨੂੰ ਕੋਈ ਪਤਾ ਨਹੀਂ ਸੀਗਾ। ਫਿਰ ਉਹ ਕਹਿੰਦੇ ਵੀ ਬਾਬਾ ਜੀ ਕੀ ਗੱਲ ਤੁਸੀਂ ਸਾਨੂੰ ਟਿਊਨ ਕਿਉਂ ਨਹੀਂ ਸੁਣਾਉਂਦੇ? ਅਤੇ ਮੈਂ ਕਿਹਾ ਵੀ ਵੀਰੋ ਮੈਨੂੰ ਪਤਾ ਹੀ ਨਹੀਂ ਵੀ ਉਹ ਉੱਡ ਜਾ ਕਾਲੇ ਕਾਵਾਂ ਕੀ ਆ ਅਤੇ ਕੀ ਨਹੀਂ। ਅਤੇ ਫਿਰ ਉਹਨਾਂ ਨੇ ਮੈਨੂੰ $5 ਖਰਚ ਕੇ, ਉਦੋਂ $5 ਦੀ ਕੈਸਟ ਆਉਂਦੀ ਸੀ ਨਾਲ, ਮੈਨੂੰ ਉਹਨਾਂ ਨੇ ਵਾਕਮੈਨ ਲਿਆ ਕੇ ਦਿੱਤਾ ਅਤੇ ਆਂਦੇ ਵੀ ਬਾਬਾ ਜੀ ਆਹ ਟਿਊਨ ਸੁਣ ਕੇ ਅਤੇ ਕੱਲ੍ਹ ਦੇ ਦੀਵਾਨ ਦੇ ਵਿੱਚ ਇਹ ਤੁਸੀਂ ਟਿਊਨ ਵਜਾਉਣੀ ਆ ਅਤੇ ਅਸੀਂ ਸੁਣਨੀ ਆ। ਅਤੇ ਫਿਰ ਮੈਂ ਉਹ ਅਗਲੇ ਦੀਵਾਨ ਦੇ ਵਿੱਚ ਫਿਰ ਉਹਨਾਂ ਨੂੰ ਟਿਊਨ ਸੁਣਾਈ। ਅਤੇ ਉਸ ਤੋਂ ਬਾਅਦ ਫਿਰ ਮੈਂ ਗਿਆਨੀ ਗੁਰਮੇਜ ਸਿੰਘ ਜੀ ਬਾਦਲ ਦੇ ਨਾਲ 2008 ਦੇ ਵਿੱਚ ਅਤੇ 2009 ਦੇ ਵਿੱਚ ਗਿਆਨੀ ਗੁਰਮੇਜ ਸਿੰਘ ਜੀ ਬਾਦਲ ਜਿਹੜੇ ਸਿੱਖ ਕੌਮ ਦੇ ਮਹਾਨ ਵਿਦਵਾਨ ਸਨ, ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਸੀ। ਬਾਦਲ ਉਹਨਾਂ ਦਾ ਤਖਲਸ ਇਸ ਕਰਕੇ ਸੀ ਵੀ ਜਦੋਂ ਉਹ ਸਟੇਜ 'ਤੇ ਬੋਲਦੇ ਸੀ ਤੇ ਐਂ ਹੁੰਦਾ ਸੀ ਵੀ ਜਿਵੇਂ ਨਾ ਬੱਦਲ ਗੱਜਦੇ ਆ, ਜਿਵੇਂ ਬਾਦਲ ਗਰਜ ਰਿਹਾ। ਅਤੇ ਉਹਨਾਂ ਦਾ ਤਖਲਸ ਸੀਗਾ ਗੁਰਮੇਜ ਸਿੰਘ ਬਾਦਲ, ਅਤੇ ਉਹਨਾਂ ਮਹਾਨ ਵਿਦਵਾਨ ਸੀ। ਮੈਂ ਉਹਨਾਂ ਦੇ ਬਾਰੇ ਕੀ ਦੱਸ ਸਕਾਂ। ਮੈਂ ਉਹਨਾਂ ਦੇ ਪਿਆਰ ਦਾ ਨਿੱਘ ਮਾਣਿਆ ਅਤੇ ਘੱਟੋ ਘੱਟ ਉਹਨਾਂ ਨੂੰ 500 ਸ਼ੇਅਰ ਯਾਦ ਸੀ। ਸ਼ੇਅਰ ਦਾ ਤੁਸੀਂ ਮਤਲਬ ਸਮਝਦੇ ਹੋਵੋਗੇ ਕਿ ਜਿਸ ਤਰ੍ਹਾਂ ਕਿ ਮਤਲਬ ਸਟੇਜ 'ਤੇ ਕਵਿਤਾਵਾਂ ਬੋਲੀਆਂ ਜਾਂਦੀਆਂ, ਕਵੀ ਜਨ ਕਵਿਤਾਵਾਂ ਬੋਲਦੇ ਨੇ, ਇਸ ਤਰ੍ਹਾਂ ਕਰਕੇ ਸ਼ੇਅਰ ਜੋੜਾ ਉਹ ਥੋੜ੍ਹਾ ਮਤਲਬ ਵੀ ਚੌਂਕ ਲਾਈਨਾਂ ਦਾ ਹੁੰਦਾ ਵਾ। ਹਾਂਜੀ, ਅਤੇ ਉਹ ਇਸ ਕਰਕੇ ਫਿਰ ਜਿਹੜੇ ਉਹਨਾਂ ਨੂੰ 500 ਸ਼ੇਅਰ ਜਿਹੜੇ ਚੇਤੇ ਸੀ, ਅਤੇ ਕੌਮ ਦੇ ਮਹਾਨ ਵਿਦਵਾਨ ਸਨ ਉਹ ਵੀ। ਬਾਬਾ ਜੀ ਜਿਹੜੇ ਤੁਹਾਡੇ ਉਸਤਾਦ ਦਲੀਪ ਸਿੰਘ ਜੀ ਸੀਗੇ, ਹਾਂਜੀ, ਉਸਤਾਦ ਗੁਰੂ ਦਾ ਰੂਪ ਹੁੰਦਾ। ਹਾਂਜੀ, ਬੜੀਆਂ ਨਿੱਘੀਆਂ ਯਾਦਾਂ ਜਿਹੜੀਆਂ ਨੇ ਉਹ ਹੰਡਾਉਂਦਾ ਬੰਦਾ ਉਸਤਾਦ ਦੇ ਨਾਲ। ਹਾਂਜੀ। ਕਦੀ ਕੋਈ ਤੁਹਾਨੂੰ ਉਹਨਾਂ ਦੀ ਕੋਈ ਵਧੀਆ ਲਿਖਤ ਜਾਂ ਜਿਹੜਾ ਉਹਨਾਂ ਨੇ ਕੋਈ ਵਧੀਆ ਚੀਜ਼ ਪੇਸ਼ ਕੀਤੀ ਹੋਵੇ, ਜਾਂ ਕੋਈ ਨਿੱਘੀ ਯਾਦ ਤੁਹਾਨੂੰ, ਕੋਈ ਜਿਹੜੀ ਚੀਜ਼ ਉਹਨਾਂ ਦੀ ਯਾਦ ਆਉਂਦੀ ਹੋਵੇ ਵਾਰ-ਵਾਰ, ਉਹ ਕੋਈ? ਜੀ ਉਸਤਾਦ ਦਲੀਪ ਸਿੰਘ ਹੋਰੀ, ਅਸੀਂ ਜਿੰਨੇ ਉਹਨਾਂ ਦੇ ਸ਼ਾਗਿਰਦ ਹਾਂ, ਘੱਟੋ ਘੱਟ ਵੀ ਅਸੀਂ ਉਹਨਾਂ ਦੇ 10-12 ਸ਼ਾਗਿਰਦ ਹਾਂ, ਅਤੇ 10-12 ਸ਼ਾਗਿਰਦਾਂ ਦੇ ਵਿੱਚੋਂ ਉਹਨਾਂ ਦੇ ਤੱਕ ਕੋਈ ਵੀ ਨਹੀਂ ਅਸੀਂ ਪਹੁੰਚ ਸਕਿਆ। ਉਹਨਾਂ ਦੀ ਆਵਾਜ਼ ਹੀ ਇੰਨੀ ਵਧੀਆ ਸੀ ਵੀ ਕੋਇਲ ਦੇ ਨਾਲ ਉਹਨਾਂ ਦੀ ਆਵਾਜ਼ ਦਾ ਮੁਕਾਬਲਾ ਕੀਤਾ ਜਾ ਸਕਦਾ। ਉਹਨਾਂ ਨੇ ਆਪਣੀ ਆਵਾਜ਼ ਸਦਕਾ ਅਵਾਰਡ ਵੀ ਬਹੁਤ ਜਿੱਤੇ, ਅਤੇ ਬਾਕੀ ਉਹਨਾਂ ਤੱਕ ਮੈਂ ਪਹੁੰਚ ਨਹੀਂ ਸਕਦਾ, ਮੇਰੀ ਕੋਈ ਮਤਲਬ ਹੈਸੀਅਤ ਨਹੀਂ ਗੀ। ਪਰ ਇੰਨਾ ਕੁ ਹੈਗਾ ਵੀ ਉਹਨਾਂ ਦਾ ਇੱਕ ਸ਼ੇਅਰ ਮੈਨੂੰ ਬਹੁਤ ਚੰਗਾ ਲੱਗਦਾ। ਉਹ ਹੀਰ ਦੇ ਵਿੱਚ, ਹੀਰ ਭੈਰਵੀਂ ਦੇ ਵਿੱਚ ਉਹ ਜਿਹੜਾ ਨਾ ਉਹ ਸ਼ੇਅਰ ਭੈਰਵੀਂ ਦੇ ਵਿੱਚ ਲਾਉਂਦੇ ਹੁੰਦੇ ਸੀਗੇ, ਅਤੇ ਮੈਨੂੰ ਉਹ ਬਹੁਤ ਪਿਆਰਾ ਲੱਗਦਾ, ਅਤੇ ਮੈਂ ਉਹ ਤੁਹਾਨੂੰ ਸੁਣਾਉਣਾ ਕੋਸ਼ਿਸ਼ ਕਰਨ ਲੱਗਾ, ਉਹਨਾਂ ਤੱਕ ਪਹੁੰਚ ਨਹੀਂ ਮੈਂ ਸਕਦਾ। ਉਹ ਇਸ ਤਰ੍ਹਾਂ ਗਾਉਂਦੇ ਹੁੰਦੇ ਸੀਗੇ, ਸੁਰਮਾ ਉਹਨਾਂ ਲਈ ਤੋੜ ਆਨੰਦਪੁਰ ਦੀ, ਤੇ ਜਿਨ੍ਹਾਂ ਅੱਖੀਆਂ ਵਿੱਚ ਦੀਦਾਰ ਤੇਰਾ, ਮੋਣ ਮੂਰਤੀ ਰੱਖ ਕੇ ਦਿਲਾਂ ਅੰਦਰ, ਹਾਂ ਕਰਨ ਅੰਦਰੋਂ ਨਿਤ ਦੀਦਾਰ ਤੇਰਾ। ਉਦੋਂ ਢੱਠੇ ਹੋਏ ਦਿਲ ਖਲੋ ਜਾਂਦੇ, ਚਿਣਿਆ ਨੀਹਾਂ ਵਿੱਚ ਵੇਖ ਪਰਿਵਾਰ ਤੇਰਾ, ਜਾਗੇ ਅਣਖ ਚਮਕੌਰ ਨੂੰ ਵੇਂਦੇ ਆਈ, ਹਾਂ ਚਿਣਿਆ ਨੀਹਾਂ ਵਿੱਚ ਵੇਖ ਪਰਿਵਾਰ ਤੇਰਾ, ਚਿਣਿਆ ਨੀਹਾਂ ਵਿੱਚ ਵੇਖ ਪਰਿਵਾਰ ਤੇਰਾ। ਬਾਬਾ ਗਦਰ ਫਿਲਮ ਦੇ ਵਿੱਚ ਜਿਹੜਾ ਗੀਤ ਆ, ਜਿਹੜਾ ਤੁਸੀਂ ਹੁਣੇ ਹੀ ਅਜੇ ਜਿਹੜਾ ਦੱਸ ਕੇ ਹਟੇ ਹੋ ਕਿ ਬਾਹਰ ਵਿਦੇਸ਼ ਦੀ ਧਰਤੀ ਦੇ ਉੱਤੇ ਲੋਕਾਂ ਨੇ ਬਹੁਤ ਮੰਗ ਕੀਤੀ ਸੀ ਕਿ ਉੱਡ ਜਾ ਕਾਲਿਆ ਕਾਵਾਂ ਜਿਹੜਾ ਵਾ ਉਹ ਤੁਸੀਂ ਢੱਡ ਸਰੰਗੀ 'ਤੇ ਪੇਸ਼ ਕਰੋ, ਅਤੇ ਮੇਰੀ ਵੀ
ਇਹੋ ਹੀ ਜਿਹੜੀ ਤਮੰਨਾ ਵਾ ਕਿ ਸਾਡੇ ਦਰਸ਼ਕ ਜਿਹੜੇ ਆ ਉਹਨਾਂ ਤੱਕ ਵੀ ਜਿਹੜੀ ਇਹ ਚੀਜ਼ ਜ਼ਰੂਰ ਜਾਵੇ ਕਿ ਤੁਸੀਂ ਢੱਡ ਸਰੰਗੀ ਦੇ ਨਾਲ ਊਰਜਾ ਕਾਲਿਆ ਕਾਵਾਂ ਦਾ ਜਿਹੜਾ ਸੁਣਾਓ। ਕੀ ਤੁਸੀਂ ਸੁਣਾਉਣ ਲਈ ਤਿਆਰ ਹੋ? ਮਹਾਰਾਜ ਹੁਣੇ ਸੁਣ ਲਓ, ਕੋਈ ਗੱਲ ਨਹੀਂ ਹੈ, ਹੁਣੇ ਸੁਣ ਲਓ। ਵਾਹ ਬਾਬਾ ਜੀ, ਉੱਡ ਜਾ ਕਾਲਿਆ ਕਾਵਾਂ ਤੇਰੇ ਮੂੰਹ ਵਿੱਚ ਖੰਡ ਪਾਵਾਂ। ਬਾਬਾ ਇੱਕ ਨਜ਼ਾਰਾ ਆ ਗਿਆ, ਬਹੁਤ ਹੀ ਮਜ਼ਾ ਆਇਆ। ਔਰ ਮੈਂ ਜਿਹੜਾ ਵਾ ਦਰਸ਼ਕਾਂ ਨੂੰ ਵੀ ਕਹਾਂਗਾ ਕਿ ਤੁਹਾਨੂੰ ਵੀ ਜਿਹੜਾ ਵਾ ਬਹੁਤ ਜ਼ਿਆਦਾ ਜਿਹੜਾ ਬਾਬਾ ਜੀ ਦਾ ਜਿਹੜਾ ਸਾਜ਼ ਜਿਹੜਾ ਵਜਾਇਆ ਹੁਣੇ ਹੀ ਢੱਡ ਸਰੰਗੀ ਦੇ ਉੱਤੇ, ਬਹੁਤ ਜ਼ਿਆਦਾ ਸਕੂਨ ਮਿਲਿਆ ਹੋਏਗਾ। ਔਰ ਹੁਣ ਬਾਬਾ ਜੀ ਨੂੰ ਕਹਿੰਦੇ ਕਿ ਬਾਬਾ ਜੀ ਇੱਕ ਤੁੰਬੀ ਦੇ ਉੱਪਰ ਵੀ ਜਿਹੜਾ ਵਾ ਸਾਨੂੰ ਗੀਤ ਜਿਹੜਾ ਜ਼ਰੂਰ ਸੁਣਾਓ। ਔਰ ਮੈਂ ਚਾਹਾਂਗਾ ਕਿ ਜਿਹੜਾ ਲਾਲ ਚੰਦ ਜਮਲਾ ਜੱਟ ਜੀ ਇੱਕ ਗਾਣਾ ਬੋਲਦੇ ਹੁੰਦੇ ਸੀ ਬਾਬਾ ਜੀ ਦਾ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ, ਉਹ ਜਿਹੜਾ ਜ਼ਰੂਰ ਸੁਣਾਓ ਤੁੰਬੀ ਦੇ ਉੱਤੇ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ, ਨੀਜਾ ਲਾਲਾ ਵੇਂਦੀ ਦੁਨੀਆ ਸਾਰੀ ਐ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ, ਨੀਜਾ ਲਾਲਾ ਵੇਂਦੀ ਦੁਨੀਆ ਸਾਰੀ ਐ। ਭੁੱਲ ਭੁਲੇਖੇ ਮੁੜ ਕੇ ਫੇਰਾ ਪਾ ਜਾਵੀਂ, ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀਂ। ਸਦਨੇ ਦੇ ਹੱਥ ਮੁੜ ਕੇ ਫੜੀ ਕਟਾਰੀ ਐ, ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ, ਨੀਜਾ ਲਾਲਾ ਵੇਂਦੀ ਦੁਨੀਆ ਸਾਰੀ ਐ। ਬਾਬਾ ਜੀ ਕਮਾਲ ਦਾ ਗੀਤ ਆ ਇਹ। ਸਾਨੂੰ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਹਾਂ ਉਦੋਂ ਲਾਊਡ ਸਪੀਕਰਾਂ ਦੇ ਵਿੱਚ ਵੱਜਦਾ ਹੁੰਦਾ ਸੀ, ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹ ਲਾਊਡ ਸਪੀਕਰਾਂ ਦੇ ਵਿੱਚ ਗਾਣਾ ਸੁਣਦਾ ਸੀ। ਕਈ ਵਿਆਹ ਸ਼ਾਦੀਆਂ ਹੋਣੇ ਉਦੋਂ ਇਹ ਗਾਣਾ ਵੱਜਣਾ ਤੇ ਆਨੰਦ ਆ ਜਾਣਾ। ਤੇ ਅੱਜ ਬਾਬਾ ਜੀ ਪੁਰਾਣੀ ਯਾਦ ਤੁਸੀਂ ਚੇਤੇ ਕਰਾਤੀ ਆ, ਕਮਾਲ ਕਰਤਾ ਜੀ। ਜੀ ਮੈਂ ਜਮਲਾ ਜੀ ਨੂੰ ਬਹੁਤ ਵਧੀਆ ਗਾ ਲੈਂਦਾ ਰਿਹਾ, ਤੇ ਹੁਣ ਤੇ ਤੁੰਬੀ ਛੱਡੀ ਨੂੰ ਘੱਟੋ ਘੱਟ ਮੈਨੂੰ 25-26 ਸਾਲ ਹੋ ਚੱਲੇ ਨੇ। ਤੇ ਹੁਣ ਵੇਖਿਆ ਨਾ, ਜਦੋਂ ਮੈਂ ਪੋਟਾ ਮਤਲਬ ਮਾਰਦਾ ਸਾਂ, ਜਦੋਂ ਮੈਂ ਤੁੰਬੀ ਵਜਾਉਂਦਾ ਸਾਂ, ਤੇ ਇਹ ਪੋਟਾ ਥੱਕਦਾ ਵੀ ਆ ਤੇ ਪੋਟਾ ਅੜਦਾ ਵੀ ਸੀਗਾ, ਤੇ ਕਿਉਂਕਿ ਚਿਰ ਹੋ ਗਿਆ। ਹਾਂਜੀ, ਸਫ਼ਰ ਏ ਜ਼ਿੰਦਗੀ ਦੇ 33ਵੇਂ ਐਪੀਸੋਡ ਦੇ ਵਿੱਚ ਅੱਜ ਸਾਰੇ ਦਰਸ਼ਕਾਂ ਨੇ ਨੇੜਿਓਂ ਹੋ ਕੇ ਜਾਣਿਆ ਵਾ ਬਾਬਾ ਸ਼ਰਨਜੀਤ ਸਿੰਘ ਜੀ ਨੂੰ। ਸਰੰਗੀ ਮਾਸਟਰ ਵੀ ਨੇ ਜੋ, ਗ੍ਰੰਥੀ ਸਿੰਘ ਵੀ ਨੇ ਜੋ, ਔਰ ਨਾਲ ਨਾਲ ਹੀ ਉਹਨਾਂ ਦੇ ਕੋਲੋਂ ਵਿਦਵਾਨਾਂ ਦੀਆਂ ਗੱਲਾਂ, ਗੁਰੂ ਸਾਹਿਬਾਨਾਂ ਦੀਆਂ ਗੱਲਾਂ ਔਰ ਆਪਣੇ ਉਸਤਾਦਾਂ ਦੀਆਂ ਗੱਲਾਂ ਬੜੇ ਪਿਆਰ ਸਹਿਤ ਤੁਸੀਂ ਜਿਹੜੀਆਂ ਸਰਵਣ ਕੀਤੀਆਂ ਵਾ। ਤੇ ਤੁਹਾਡੇ ਨਾਲ ਵਾਅਦਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਜੀ ਦੇ ਜਿਹੜੇ ਦੋਵੇਂ ਪੁੱਤਰ ਨੇ, ਦੋਵੇਂ ਬੜੇ ਪਿਆਰੇ ਬੇਟੇ ਨੇ, ਭਾਈ ਕਿਰਪਾਲ ਸਿੰਘ ਤੇ ਭਾਈ ਹਰਦਿਆਲ ਸਿੰਘ ਜੀ ਨੂੰ ਵੀ ਤੁਹਾਡੇ ਰੂਬਰੂ ਜਲਦੀ ਕਰਾਂਗੇ। ਕੋਈ ਆਉਣ ਵਾਲੇ ਐਪੀਸੋਡ ਜਿਹੜੇ ਸਾਡੇ ਆ ਉਹਨਾਂ ਦੇ ਵਿੱਚ ਸਾਡੇ ਗੁਗਲੀ ਚੈਨਲ ਦਾ ਇਹਨਾਂ ਦੇ ਬੇਟੇ ਵੀ ਸ਼ਿੰਗਾਰ ਬਣਨਗੇ। ਤੋ ਇਸੇ ਹੀ ਵਾਅਦੇ ਦੇ ਨਾਲ ਜਿਹੜੀ ਵਿਦਾ ਲੈਂਦੇ ਆ,
ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਹੀ ਮੇਰੇ ਦੋਸਤ ਨਵਦੀਪ ਸਿੰਘ ਸੋਤਾ ਜੀ ਇਸ ਵੇਲੇ ਪ੍ਰੋਗਰਾਮ ਨੂੰ ਕਵਰ ਕਰ ਰਿਹਾ, ਤੇ ਆ ਇਜਾਜ਼ਤ ਲੈਂਦੇ ਹਾਂ ਇਸੇ ਵਾਅਦੇ ਦੇ ਨਾਲ ਕਿ ਆਉਂਦੇ ਐਪੀਸੋਡ ਦੇ ਵਿੱਚ ਵੀ ਤੁਹਾਡੇ ਰੂਬਰੂ ਵਧੀਆ ਤੇ ਸੋਹਣੀ ਸ਼ਖਸੀਅਤ ਜਿਹੜੀ ਆ ਲੈ ਕੇ ਆਵਾਂਗੇ ਔਰ ਤੁਹਾਨੂੰ ਉਹਨਾਂ ਦੇ ਨਾਲ ਮਿਲਾਵਾਂਗੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।